ਡਾਕ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵੀਰ ਸਿੰਘ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਦਿਨ ਭਰ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਇਹਨਾਂ ਖਬਰਾਂ ਦੇ ਉੱਪਰ ਵਿਸਥਾਰਪੂਰਵਕ ਚਰਚਾ ਦੇ ਲਈ ਮੇਰੇ ਨਾਲ ਸੀਨੀਅਰ ਪੱਤਰਕਾਰ ਕੁਲਵੰਤ ਸਿੰਘ ਜੁੜੇ ਹੋਏ ਨੇ। ਕੁਲਵੰਤ ਜੀ, ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ। ਬਹੁਤ ਧੰਨਵਾਦ ਸੁਖਵੀਰ ਜੀ। ਕੁਲਵੰਤ ਜੀ, ਸ਼ੁਰੂਆਤ ਆਪਾਂ ਕਿਸਾਨਾਂ ਤੋਂ ਕਰਦੇ ਹਾਂ, ਕਿਸਾਨਾਂ ਦੇ ਅੰਦੋਲਨ ਤੋਂ ਕਰਦੇ ਹਾਂ ਕਿ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਨਾਲ ਇੱਕ ਬੈਠਕ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਸਾਨ ਆਗੂ ਗੁਰਨਾਮ ਸਿੰਘ ਚੜੂੰਨੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ, ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਸਪਸ਼ਟ ਕਰ ਦਿੱਤਾ ਗਿਆ ਤੇ ਨਾਲ ਹੀ ਚੜੂੰਨੀ ਹੋਰਾਂ ਨੂੰ ਇੱਕ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਗੁਰਨਾਮ ਸਿੰਘ ਚੜੂੰਨੀ ਕੋਈ ਵੀ ਸਿਆਸੀ ਗੱਲ ਕਰਨਗੇ ਤਾਂ ਅਸੀਂ ਬਾਕੀ ਸਿਆਸੀ ਪਾਰਟੀਆਂ ਦੀ ਤਰ੍ਹਾਂ ਉਹਨਾਂ ਦਾ ਵੀ ਡਟ ਕੇ ਵਿਰੋਧ ਕਰਾਂਗੇ। ਦੇਖੋ ਸੁਖਵੀਰ, ਇਸ ਸਾਰੇ ਵਰਤਾਰੇ ਨੂੰ ਸਮਝਣ ਲਈ ਆਪਾਂ ਨੂੰ ਥੋੜਾ ਜਿਹਾ ਪਿੱਛੇ ਜਾਣਾ ਪਏਗਾ, ਜ਼ਿਆਦਾ ਨਹੀਂ। 2012 ਦੇ ਕਰੀਬ, ਮੇਰੇ ਖਿਆਲ 'ਚ 2012 ਦੀ ਗੱਲ ਹੈ, ਜਦੋਂ ਅੰਨਾ ਹਜ਼ਾਰੇ ਅੰਦੋਲਨ ਹੋਇਆ ਸੀ। ਤਾਂ ਉਸ ਵੇਲੇ ਦੇ ਥੋੜਾ ਜਿਹਾ ਆਪਾਂ ਉਸ ਸਿਨਾਰੀਓ 'ਚ, ਉਸ ਮਾਹੌਲ ਦੇ ਵਿੱਚ ਆਪਾਂ ਜਾਈਏ ਤਾਂ ਅੰਨਾ ਹਜ਼ਾਰੇ ਅੰਦੋਲਨ ਨੂੰ ਪੂਰੇ ਦੇਸ਼ ਦੇ ਵਿੱਚ ਬੜਾ ਵੱਡਾ ਸਮਰਥਨ ਮਿਲਿਆ ਸੀਗਾ ਤੇ ਕਾਂਗਰਸ ਪਾਰਟੀ ਦੀਆਂ ਉਸ ਵੇਲੇ ਜੜ੍ਹਾਂ ਹਿੱਲ ਗਈਆਂ ਸੀ, ਜਿਸ ਤੋਂ ਬਾਅਦ ਜਿਹੜਾ 2014 'ਚ ਸਰਕਾਰ ਵੀ ਚਲੀ ਗਈ। ਤੇ ਉਸ ਦੌਰਾਨ ਜਿਹੜਾ ਅੰਨਾ ਹਜ਼ਾਰੇ ਅੰਦੋਲਨ ਹੋਇਆ ਤਾਂ ਉਸ ਅੰਨਾ ਹਜ਼ਾਰੇ ਅੰਦੋਲਨ ਦੇ ਵਿੱਚ ਦੋ ਵੱਡੇ ਲੀਡਰ ਜਿਹੜੇ ਨਿਕਲ ਕੇ ਸਾਹਮਣੇ ਆਏ ਸੀ। ਇੱਕ ਖੁਦ ਅੰਨਾ ਹਜ਼ਾਰੇ ਤੇ ਨੰਬਰ 2 ਦੇ ਉੱਤੇ ਉਹਨਾਂ ਦੇ ਬਹੁਤ ਕਰੀਬੀ ਸਾਥੀ ਅਰਵਿੰਦ ਕੇਜਰੀਵਾਲ। ਅਰਵਿੰਦ ਕੇਜਰੀਵਾਲ ਤੇ ਅੰਨਾ ਹਜ਼ਾਰੇ ਜਦੋਂ ਜਿੱਥੇ ਅੰਦੋਲਨ ਜਿਵੇਂ ਵੀ ਹੋਇਆ, ਉਹ ਸਾਰੇ ਟੀਵੀ ਚੈਨਲਾਂ ਦੇ ਉੱਤੇ, ਸਾਰੇ ਮੀਡੀਆ ਦੇ ਉੱਤੇ, ਹਰ ਜਗ੍ਹਾ ਦੇ ਉੱਤੇ ਉਹ ਦੋਨੇ ਰਲ ਕੇ ਛਾਏ ਰਹੇ। ਦੋਨਾਂ ਨੂੰ ਬਹੁਤ ਵੱਡਾ ਨਾਮ ਮਿਲਿਆ। ਅੰਨਾ ਹਜ਼ਾਰੇ ਦਾ ਨਾਮ ਪਹਿਲਾਂ ਵੀ ਬੜਾ ਵੱਡਾ ਸੀਗਾ। ਅਰਵਿੰਦ ਕੇਜਰੀਵਾਲ, ਮਾਫ ਕਰਨਾ, ਅਰਵਿੰਦ ਕੇਜਰੀਵਾਲ ਉਸ ਵੇਲੇ ਪਹਿਲੀ ਵਾਰ ਜਿਹੜੇ ਸੀਗੇ ਉਹ ਲਾਈਮਲਾਈਟ 'ਚ ਆਏ ਸੀ। ਪਹਿਲੀ ਵਾਰ ਜਿਹੜਾ ਸੀ ਉਹ ਪਬਲਿਕ ਦੇ ਵਿੱਚ ਇੱਕ ਹੀਰੋ ਦੇ ਰੂਪ 'ਚ ਸਾਹਮਣੇ ਨਿਕਲ ਕੇ ਆਏ ਸੀ। ਅੰਨਾ ਹਜ਼ਾਰੇ ਅੰਦੋਲਨ ਖਤਮ ਹੋ ਗਿਆ। ਅੰਨਾ ਹਜ਼ਾਰੇ ਦਾ ਜਿਹੜੀਆਂ ਜੋ ਕੁਝ ਵੀ ਮੰਗਾਂ ਸੀਗੀਆਂ ਉਸ ਵੇਲੇ, ਜਿਹੜੀਆਂ ਉਹ ਉਹਨਾਂ ਨੂੰ ਅੰਦੋਲਨ ਜਿਹੜਾ ਉਹਨਾਂ ਦਾ ਭੁੱਖ ਹੜਤਾਲ ਜਿਹੜੀ ਉਹਨਾਂ ਦੀ ਖਤਮ ਕਰਵਾ ਦਿੱਤੀ ਗਈ। ਪਰ ਉਸ ਅੰਦੋਲਨ ਦੇ ਖਤਮ ਹੋਣ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਜਿਹੜਾ ਬਦਲਾਅ ਆਇਆ ਉਹ ਇਹ ਆਇਆ ਕਿ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਬਣਾਏ ਜਾਣ ਦਾ ਐਲਾਨ ਕਰ ਦਿੱਤਾ। ਜਦੋਂ ਸ਼ੁਰੂ ਦੇ ਵਿੱਚ ਇਹ ਸੀਗਾ ਕਿ ਇਹ ਇੱਕ ਸਿਆਸੀ ਪਾਰਟੀ ਨਹੀਂ ਹੈਗੀ, ਇਹ ਇੱਕ ਸਮਾਜ ਸੇਵੀ ਸੰਸਥਾ ਦੇ ਰੂਪ ਦੇ ਵਿੱਚ ਇੱਕ ਕੰਮ ਕਰ ਰਹੀ ਹੈ। ਇਹ ਸਮਾਜ ਦੇ ਲੋਕੀ ਇਕੱਠੇ ਹੋ ਕੇ ਜਿਹੜੇ ਨੇ ਉਹ ਸੰਸਥਾ ਬਣੀ ਹੈ ਤੇ ਇਹ ਉਹਨਾਂ ਵੱਲੋਂ ਜਿਹੜੀ ਇਹ ਮੰਗ ਕੀਤੀ ਗਈ ਹੈ। ਪਰ ਅੱਗੇ ਚੱਲ ਕੇ ਇਹ ਅੰਨਾ ਹਜ਼ਾਰੇ ਅੰਦੋਲਨ ਦਾ ਇੱਕ ਵੱਡਾ ਰੂਪ ਜਿਹੜਾ ਉਹ ਸਿਆਸਤ ਦੇ ਵਿੱਚ ਬਦਲਿਆ ਤੇ ਸਿਆਸਤ ਵਿੱਚ ਬਦਲਣ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਗਠਨ ਹੋਇਆ। ਅਰਵਿੰਦ ਕੇਜਰੀਵਾਲ ਨੇ ਜਿਹੜੀਆਂ ਅਗਲੇ ਵਾਰ ਉਸ ਤੋਂ ਬਾਅਦ ਚੋਣਾਂ ਲੜੀਆਂ। ਸੇਮ ਚੀਜ਼ ਜਿਹੜੀ ਹੋ ਰਹੀ ਹੈ ਉਹ ਹੋ ਰਹੀ ਹੈ ਜਿਹੜੀ ਕਿਸਾਨ ਅੰਦੋਲਨ ਤੇ ਗੁਰਨਾਮ ਸਿੰਘ ਚੜੂੰਨੀ ਹੋਣਾ ਦੇ ਨਾਲ ਵੀ। ਕਿਸਾਨ ਅੰਦੋਲਨ ਨੂੰ ਬਹੁਤ ਵੱਡਾ ਜਿਹੜਾ ਉਹ ਨਾਮ ਮਿਲਿਆ, ਬਹੁਤ ਵੱਡਾ ਇਹਨਾਂ ਦਾ ਜਿਹੜਾ ਕੱਦ ਨਿਕਲ ਕੇ ਸਾਹਮਣੇ ਆਇਆ। ਸਰਕਾਰਾਂ ਇਹਨਾਂ ਦੇ ਸਾਹਮਣੇ ਝੁਕ ਰਹੀਆਂ ਨੇ। ਪੰਜਾਬ ਸਰਕਾਰ ਦੇ ਇੱਕ ਬੰਦਾ ਜਿਹੜਾ ਜਾ ਕੇ ਉੱਥੇ ਉਹਨਾਂ ਦੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਤੇ ਸਰਕਾਰ ਵੀ ਜਾ ਕੇ ਉੱਥੇ ਨਤਮਸਤਕ ਹੋਣ ਨੂੰ ਕਿਸਾਨਾਂ ਦੇ ਕੋਲ ਤਿਆਰ ਹੋਈ ਬੈਠੀ ਆ। ਅੱਜ ਤਾਂ ਜਿਹੜਾ ਚਰਨਜੀਤ ਸਿੰਘ ਚੰਨੀ ਹੋਣਾ ਦਾ ਇਹ ਵੀ ਬਿਆਨ ਆ ਗਿਆ ਕਿ ਜੇ ਕਿਸਾਨ ਚਾਹੁਣ ਤਾਂ ਮੈਂ ਅਸਤੀਫਾ ਦੇ ਕੇ ਉਹਨਾਂ ਦੇ ਨਾਲ ਧਰਨੇ ਤੇ ਵੀ ਜਾ ਬੈਠਾਂਗਾ। ਤਾਂ ਇਸ ਤੋਂ ਇਹ ਇੱਕ ਬੜਾ ਵੱਡਾ ਬਦਲਾਅ ਦੇਖਣ ਨੂੰ ਮਿਲਿਆ। ਸਰਕਾਰਾਂ ਚੁੱਕਦੀਆਂ ਨੇ, ਸਿਆਸੀ ਪਾਰਟੀਆਂ ਉੱਥੇ ਜਾ ਕੇ ਆਪਣੀਆਂ ਹਾਜ਼ਰੀ ਭਰ ਰਹੀਆਂ ਨੇ ਤੇ ਇਹ ਬੜਾ ਵੱਡਾ ਬਦਲਾਅ ਸੀ। ਇਸ ਬਦਲਾਅ ਦੇ ਵਿੱਚੋਂ ਨਿਕਲ ਕੇ ਆਏ ਗੁਰਨਾਮ ਸਿੰਘ ਚੜੂੰਨੀ, ਜਿਸ ਤਰ੍ਹਾਂ ਉਸ ਵੇਲੇ ਨਿਕਲ ਕੇ ਆਏ ਸੀ ਅਰਵਿੰਦ ਕੇਜਰੀਵਾਲ। ਇਸੇ ਉਹਨਾਂ ਨੇ ਆਪਣੀ ਪਾਰਟੀ ਬਣਾਈ ਸੀ, ਆਮ ਆਦਮੀ ਪਾਰਟੀ। ਗੁਰਨਾਮ ਸਿੰਘ ਚੜੂੰਨੀ ਨੇ ਆਪਣੀ ਪਾਰਟੀ ਜਿਹੜੀ ਆ ਉਹ ਬਣਾ ਕੇ ਖੜੀ ਕੀਤੀ ਹੈ ਤੇ ਉਹਦੇ ਵਿੱਚੋਂ ਫਤਿਹਗੜ੍ਹ ਸਾਹਿਬ ਦੇ ਵਿੱਚ ਉਹਨਾਂ ਨੇ ਇੱਕ ਕੈਂਡੀਡੇਟ ਵੀ ਅਨਾਉਂਸ ਕਰ ਦਿੱਤਾ। ਪਰ ਦੋਨਾਂ ਦੇ ਵਿੱਚ ਫਰਕ ਇੱਕ ਚੀਜ਼ ਦਾ ਹੈਗਾ ਕਿ ਉਸ ਵੇਲੇ ਅੰਨਾ ਹਜ਼ਾਰੇ ਨੇ ਅਰਵਿੰਦ ਕੇਜਰੀਵਾਲ ਦਾ ਸਿੱਧੇ ਤੌਰ ਦੇ ਉੱਤੇ ਵਿਰੋਧ ਨਹੀਂ ਕੀਤਾ ਸੀ। ਉਹਨਾਂ ਨੇ ਇਹ ਕਿਹਾ ਸੀਗਾ, ਉਹਨਾਂ ਨੇ ਨਸੀਹਤਾਂ ਤਾਂ ਬਹੁਤ ਦਿੱਤੀਆਂ ਵੀ ਤੁਸੀਂ ਇਹ ਗਲਤ ਕਰ ਰਹੇ ਹੋ ਜਾਂ ਠੀਕ ਨਹੀਂ ਕਰ ਰਹੇ, ਲੇਕਿਨ ਉਹਨਾਂ ਨੇ ਸਿੱਧਾ ਵਿਰੋਧ ਨਹੀਂ ਕੀਤਾ ਸੀ ਉਸ ਚੀਜ਼ ਦਾ। ਤੇ ਸਿੱਧਾ ਵਿਰੋਧ ਨਾ ਕਰਨ ਦਾ ਨਤੀਜਾ ਇਹ ਨਿਕਲਿਆ ਕਿ ਅਰਵਿੰਦ ਕੇਜਰੀਵਾਲ ਜਿਹੜੇ ਸੀ ਉਹ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਸਾਹਮਣੇ ਆਏ। ਦਿੱਲੀ ਦੇ ਵਿੱਚ ਬਹੁਤ ਵੱਡੀ ਜਿੱਤ ਉਹਨਾਂ ਨੂੰ ਪ੍ਰਾਪਤ ਹੋਈ ਉੱਥੇ ਤੇ ਇੱਕ ਸਿਆਸੀ ਪਾਰਟੀ ਜਿਹੜੀ ਆ ਉਹ ਪੂਰੇ ਦੇਸ਼ ਪੱਧਰ ਦੇ ਉੱਤੇ ਜਿਹੜੀ ਉਹ ਨਿਕਲ ਕੇ ਸਾਹਮਣੇ ਆਈ। 2014 ਦੇ ਵਿੱਚ ਤਾਂ ਪੰਜਾਬ ਦੇ ਵਿੱਚੋਂ ਜਿਹੜੀਆਂ ਸੀਟਾਂ ਵੀ ਨਿਕਲ ਕੇ ਆਈਆਂ ਉਹਦੇ ਵਿੱਚੋਂ, ਤੇ 2017 ਵਿਧਾਨ ਸਭਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ 20 ਸੀਟਾਂ ਜਿਹੜੀਆਂ ਵਿਧਾਨ ਸਭਾ ਦੀਆਂ ਵੀ ਆਈਆਂ। ਪਰ ਇੱਥੇ ਫਰਕ ਜਿਹੜਾ ਇਹ ਹੈਗਾ ਕਿ ਇੱਥੇ
ਕਿਸਾਨ ਅੰਦੋਲਨ ਦੇ ਵਿੱਚੋਂ ਜਿਹੜਾ ਗੁਰਨਾਮ ਸਿੰਘ ਚੜੂਨੀ ਰੂਪ ਦੇ ਵਿੱਚ ਨਿਕਲ ਕੇ ਜਿਹੜੇ ਸਾਹਮਣੇ ਆਏ ਨੇ, ਹੁਣ ਸਿਆਸੀ ਪਾਰਟੀ ਜਿਹੜੀ ਬਣਾ ਰਹੇ ਨੇ ਲੀਡਰ, ਉਹਨਾਂ ਦੇ ਆਪਣੇ ਹੀ ਕਿਸਾਨ ਜਿਹੜੀਆਂ ਜਥੇਬੰਦੀਆਂ ਨੇ, ਸੰਯੁਕਤ ਕਿਸਾਨ ਮੋਰਚਾ ਹੈਗਾ, ਉਹ ਬੜਾ ਤਗੜੇ ਲੈਵਲ ਦੇ ਉੱਤੇ ਵਿਰੋਧ ਕਰ ਰਿਹਾ। ਤੇ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਜੇਕਰ ਇਹ ਇਸੇ ਤਰੀਕੇ ਦੇ ਨਾਲ ਇਹਨਾਂ ਨੇ ਵੀ ਸਿਆਸੀ ਪਾਰਟੀ ਬਣਾਈ ਜਾਂ ਉਮੀਦਵਾਰ ਖੜੇ ਕੀਤੇ ਜਾਂ ਚੋਣ ਲੜੀ, ਤਾਂ ਉਹਨਾਂ ਦਾ ਵੀ ਉਸੇ ਤਰੀਕੇ ਵਿਰੋਧ ਕੀਤਾ ਜਾਏਗਾ ਜਿਸ ਤਰੀਕੇ ਦੇ ਨਾਲ ਬਾਕੀ ਸਿਆਸੀ ਪਾਰਟੀਆਂ ਨੇ ਕੀਤਾ ਜਾਏਗਾ। ਕਾਲੀਆਂ ਝੰਡੀਆਂ ਦਿਖਾਈਆਂ ਜਾਣਗੀਆਂ, ਉਹਨਾਂ ਨੂੰ ਵੀ ਉਸੇ ਤਰ੍ਹਾਂ ਸਵਾਲ ਕੀਤੇ ਜਾਣਗੇ। ਹੁਣ ਦੋਨਾਂ ਦੇ ਵਿੱਚ ਫਰਕ ਬਹੁਤ ਵੱਡਾ ਹੈਗਾ। ਜਿਹੜੀਆਂ ਪੁਰਾਣੀਆਂ ਸਿਆਸੀ ਪਾਰਟੀਆਂ ਹੈਗੀਆਂ ਨੇ, ਚਾਹੇ ਉਹ ਆਪਾਂ ਗੱਲ ਕਰੀਏ ਉਹਦੇ ਚ ਕਾਂਗਰਸ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਬਹੁਜਨ ਸਮਾਜ ਪਾਰਟੀ, ਸਾਰੀਆਂ ਪਾਰਟੀਆਂ, ਇਹ ਸਾਰੀਆਂ ਪਾਰਟੀਆਂ ਜਿੰਨੀਆਂ ਵੀ ਹੈਗੀਆਂ ਨੇ, ਇਹਨਾਂ ਦੇ ਉੱਤੇ ਕਿਸਾਨਾਂ ਦਾ ਇਹ ਦੋਸ਼ ਹੈ ਕਿ ਇਹਨਾਂ ਦੇ ਕਾਰਨ ਪਿਛਲੇ ਆਜ਼ਾਦੀ ਦੇ 72 ਸਾਲਾਂ ਤੋਂ ਇਹਨਾਂ ਦੇ ਕਾਰਨ ਹੀ ਸਾਡਾ ਅੱਜ ਇਹ ਹਾਲ ਹੈ। ਇਹਨਾਂ ਨੇ ਹੀ ਸਾਨੂੰ ਲੁੱਟਿਆ ਕੁੱਟਿਆ, ਤੇ ਜੋ ਕੁਝ ਵੀ ਅੱਜ ਸਾਡੀ ਹਾਲਤ ਹੈ ਕਿਸਾਨਾਂ ਦੀ, ਉਹ ਸਾਰੀ ਇਹਨਾਂ ਦੇ ਕਾਰਨ ਹੈ। ਪਰ ਸੰਯੁਕਤ ਕਿਸਾਨ ਮੋਰਚੇ ਦੇ ਵਿੱਚੋਂ ਹੁਣ ਤੱਕ ਉਹਨਾਂ ਦੇ ਨਾਲ ਰਲ ਕੇ ਲੜਾਈ ਲੜਦੇ ਆ ਰਹੇ ਗੁਰਨਾਮ ਸਿੰਘ ਚੜੂਨੀ ਜਿਹੜੀ ਪਾਰਟੀ ਬਣਾਏ ਜਾ ਰਹੇ ਨੇ, ਇਹਨਾਂ ਦੇ ਉੱਤੇ ਹਾਲੇ ਤੱਕ ਕੋਈ ਇਲਜ਼ਾਮ ਨਹੀਂ ਹੈਗਾ ਕਿ ਉਹਨਾਂ ਨੇ ਕੀ ਕੀਤਾ ਹੈਗਾ, ਉਹਨਾਂ ਦੇ ਨਾਲ ਕਿਸਾਨਾਂ ਦੇ ਨਾਲ ਕੀ ਮਾੜਾ ਕੀਤਾ, ਪਬਲਿਕ ਦੇ ਨਾਲ ਉਹ ਕਿਸ ਚੀਜ਼ ਦੇ ਦੋਸ਼ੀ ਨੇ। ਸੋ ਸਵਾਲ ਕਰਨਗੇ, ਕੀ ਕਰਨਗੇ, ਉਹਨਾਂ ਦਾ ਵਿਰੋਧ, ਸੁੱਕਾ ਵਿਰੋਧ ਕਰਨ ਦਾ ਤਾਂ ਮੈਨੂੰ ਲੱਗਦਾ ਨਹੀਂ ਕਿ ਉਹ ਜਿਹੜੀ ਹੈ ਕੋਈ ਤੁੱਕ ਬਣੇਗੀ ਕਿਸੇ ਪਾਸੋਂ। ਸਵਾਲ ਕਰਨ, ਹਾਂ ਵੀ ਤੁਸੀਂ ਕੀ ਕਰੋਗੇ, ਕਿੱਦਾਂ ਕਰੋਗੇ, ਉਹ ਗੱਲਾਂ ਵੱਖਰੀਆਂ ਨੇ, ਉਹ ਜਵਾਬ ਲੈਣੇ ਬਣਦੇ ਨੇ। ਲੇਕਿਨ ਕਾਲੀਆਂ ਝੰਡੀਆਂ ਵਿਖਾਉਣਾ ਜਾਂ ਉਹਨਾਂ ਦਾ ਵਿਰੋਧ ਕਰਨਾ ਇੱਕ ਗੱਲ ਸਮਝ ਤੋਂ ਪਰੇ ਹੈ। ਹਲੇ ਚੱਲ ਕੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕਿਸਾਨ ਜਥੇਬੰਦੀਆਂ ਜਦੋਂ ਇਹਨਾਂ ਦਾ ਵਿਰੋਧ ਕਰਨਗੀਆਂ ਜਾਂ ਉਦੋਂ ਸਵਾਲ ਕਰਨਗੀਆਂ, ਜਾਂ ਉਸ ਟਾਈਮ ਜੋ ਮਾਹੌਲ ਬਣਦਾ, ਬਾਕੀ ਦੀਆਂ ਗੱਲਾਂ ਤਾਂ ਸਾਹਮਣੇ ਉਦੋਂ ਆਉਣਗੀਆਂ। ਲੇਕਿਨ ਫਿਲਹਾਲ ਜਿਹੜੇ ਨੇ ਉਹ ਪੰਜਾਬ ਦੀ ਜਨਤਾ ਜਿਹੜੀ ਹੈ ਇਸ ਭੰਬਲ ਭੂਸੇ ਚ ਹੈ ਵੀ ਇਹ ਵਿਰੋਧ ਕਰਨਗੇ, ਮਤਲਬ ਕੀ ਕਰਨਗੇ, ਕਿਸ ਚੀਜ਼ ਦਾ ਵਿਰੋਧ ਕਰਨਗੇ, ਇਹਨਾਂ ਨੇ ਕੀ ਕੀਤਾ। ਹਲੇ ਤਾਂ ਇਹ ਸਿਆਸੀ ਪਾਰਟੀ ਖੜੀ ਜੁਮਾ 4 ਦਿਨ ਤੋਂ ਹਲੇ ਇਹਨਾਂ ਨੇ ਹਲੇ ਖੜੇ ਹੋਏ ਨੇ, ਹਲੇ ਤੇ ਉਮੀਦਵਾਰ ਵੀ ਖੜੇ ਕਰਨੇ ਨੇ, ਤੇ ਇਹਨਾਂ ਦਾ ਵਿਰੋਧ ਕਰਨਾ ਮਤਲਬ ਖੜੇ ਕਰਨਾ ਮਤਲਬ ਇਹ ਆਪਣੇ ਹੀ ਬੰਦੇ ਨੂੰ ਅੱਗੇ ਵਧਣ ਤੋਂ, ਜਿਹੜੇ ਪਬਲਿਕ ਦੀ ਜਿਹੜੀ ਸੇਵਾ ਕਰਨ ਤੋਂ ਜਿਹੜਾ ਉਹ ਰੋਕਣਾ, ਜਾਂ ਫਿਰ ਸਿਆਸਤ ਤੋਂ ਨਫ਼ਰਤ ਕਰਨਾ, ਇਹ ਇੱਕ ਗੱਲ ਸਮਝ ਤੋਂ ਪਰੇ ਦੀ ਗੱਲ ਹੈ ਵੀ ਸਿਆਸਤ ਤੋਂ ਬਿਨਾਂ ਦੇਸ਼ ਨਹੀਂ ਚੱਲ ਸਕਦਾ। ਇਹ ਇੱਕ ਅਟੱਟ ਸੱਚਾਈ ਹੈ। ਕਿਸੇ ਨਾ ਕਿਸੇ ਨੂੰ ਦੇਸ਼ ਚਲਾਉਣ ਲਈ ਅੱਗੇ ਆਉਣਾ ਪੈਣਾ, ਕਿਸੇ ਨਾ ਕਿਸੇ ਨੂੰ ਜਿਹੜਾ ਉਹ ਚਿਹਰਾ ਬਣ ਕੇ ਜਿਹੜਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਦੱਸਣਾ ਪੈਣਾ ਵੀ ਸਾਡੇ ਦੇਸ਼ ਦੇ ਵਿੱਚ ਲੋਕਤੰਤਰ ਹੈਗਾ। ਲੋਕਤੰਤਰ ਦੇ ਵਾਸਤੇ ਸਿਆਸੀ ਪਾਰਟੀਆਂ ਜ਼ਰੂਰੀ ਨੇ। ਸਿਆਸੀ ਪਾਰਟੀਆਂ, ਜੇਕਰ ਤੁਹਾਡੀਆਂ ਸਿਆਸੀ ਪਾਰਟੀਆਂ ਜਿਹੜੀਆਂ ਪੁਰਾਣੀਆਂ ਨੇ, ਤੁਸੀਂ ਇਹ ਕਹਿੰਦੇ ਹੋ ਵੀ ਉਹ ਪੁਰਾਣੀਆਂ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਖਰਾਬ ਕਰ ਰਹੀਆਂ, ਉਹ ਮਾਹੌਲ ਖਰਾਬ ਕਰ ਗਈਆਂ, ਉਹ ਕਿਸਾਨਾਂ ਦਾ ਅੱਜ ਜੋ ਹਾਲਾਤ ਨੇ, ਅੱਜ ਪਬਲਿਕ ਦੇ ਜੋ ਹਾਲਾਤ ਨੇ, ਉਹ 72 ਸਾਲਾਂ ਦਾ ਇਹਨਾਂ ਵੱਲੋਂ ਕੀਤਾ ਗਿਆ ਮਾੜਾ ਰਾਜ ਹੈ। ਇਹਨਾਂ ਨੇ ਅੱਜ ਤੱਕ ਜਿੰਨੇ ਵਾਅਦੇ ਕੀਤੇ ਉਹ ਸਾਰੇ ਝੂਠੇ ਹੋਏ ਨੇ, ਉਹ ਪੂਰੇ ਨਹੀਂ ਕੀਤੇ ਗਏ। ਪਬਲਿਕ ਨੂੰ ਲੁੱਟਿਆ ਕੁੱਟਿਆ, ਤੇ ਜੋ ਹਾਲਾਤ ਅੱਜ ਹੋਏ ਨੇ ਇਹ ਇਹਨਾਂ ਸਿਆਸੀ ਪਾਰਟੀਆਂ ਦੇ ਨੇ। ਇਹ ਗੱਲ ਲੋਕਾਂ ਦੀ ਸਮਝ ਆਉਂਦੀ ਆ। ਲੇਕਿਨ ਜੇਕਰ ਨਵੀਂ ਪਾਰਟੀ ਹੈ, ਉਹਨਾਂ ਦੇ ਵਿੱਚੋਂ ਹੀ ਨਿਕਲ ਕੇ ਬੰਦਾ ਖੜਾ ਹੋ ਰਿਹਾ, ਉਹਨਾਂ ਦੇ ਵਿੱਚੋਂ ਹੀ ਜਾ ਕੇ ਲੋਕੀ ਕਹਿੰਦੇ ਨੇ, ਉਹ ਉਹਨਾਂ ਦਾ ਇਹ ਕਹਿਣਾ ਕਿ ਸਰਕਾਰਾਂ ਸਾਡੀ ਗੱਲ ਨਹੀਂ ਸੁਣਨਗੀਆਂ, ਸਾਨੂੰ ਆਪਣੇ ਬੰਦੇ ਲਿਜਾ ਕੇ ਵਿਧਾਨ ਸਭਾ ਦੇ ਵਿੱਚ ਖੜੇ ਕਰਨੇ ਪੈਣਗੇ। ਤਾਂ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਕਿਸੇ ਦੇ ਪੱਲੇ ਪੈਣ ਦੀ ਗੱਲ ਨਹੀਂ ਹੈ। ਉਹ ਗੱਲ ਵੱਖਰੀ ਹੈ ਕਿ ਫੈਸਲਾ ਲੋਕਾਂ ਨੇ ਕਰਨਾ ਵੀ ਕਿਹਨੂੰ ਜਿਤਾਉਣਾ ਜਾਂ ਕਿਹਨੂੰ ਨਹੀਂ ਜਿਤਾਉਣਾ। ਲੇਕਿਨ ਆਪਣੇ ਹੀ ਬੰਦਿਆਂ ਦਾ ਆਪ ਹੀ ਵਿਰੋਧ ਕਰਨਾ ਹਲੇ ਜਿਹੜਾ ਲੋਕਾਂ ਨੂੰ ਭੰਬਲ ਭੂਸੇ 'ਚ ਪਾਈ ਬੈਠਾ ਕਿ ਇਹ ਕੀ ਹੋ ਰਿਹਾ, ਕਿਉਂ ਹੋ ਰਿਹਾ। ਤੇ ਹਾਂ, ਇੱਕ ਗੱਲ ਜਿਹੜੀ ਹੈ, ਜੇਕਰ ਉਹ ਇਸ ਗੱਲ ਦਾ ਵਿਰੋਧ ਕਰਦੇ ਨੇ, ਇਸ ਚੀਜ਼ ਦਾ ਵਿਰੋਧ ਕਰਦੇ ਨੇ ਵੀ ਤੁਸੀਂ ਸਾਡਾ ਨਾਮ ਸਾਡੇ ਨਾਲ ਰਹੇ, ਸਾਡਾ ਨਾਮ ਲੈ ਕੇ, ਸਾਡੇ ਕਰਕੇ ਹੀ ਜਿਹੜਾ ਤੁਸੀਂ ਇਸ ਕਿਸਾਨ ਅੰਦੋਲਨ ਦੇ ਵਿੱਚ ਜਿਹੜਾ ਤੁਹਾਨੂੰ ਨਾਮ ਮਿਲਿਆ, ਤੁਹਾਡੇ ਲੋਕਾਂ ਦੇ ਤੱਕ ਤੁਹਾਡੀ ਪਹੁੰਚ ਆਈ, ਤੇ ਅੱਜ ਤੁਸੀਂ ਸਿਆਸੀ ਪਾਰਟੀ ਬਣਾ ਕੇ ਤੁਸੀਂ ਆਪਣਾ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਹੇ ਹੋ, ਉਹ ਗੱਲ ਸਮਝ ਆਉਂਦੀ ਹੈ ਕਿ ਉਹ ਕਹਿਣਗੇ ਕਿ ਇਹ ਸਾਡਾ ਨਾਮ ਦਾ ਜਿਹੜਾ ਫਾਇਦਾ ਲੈ ਕੇ ਉਹ ਸਿਆਸੀ ਪਾਰਟੀ ਬਣਾ ਕੇ ਤੇ ਇਹ ਸੱਤਾ ਦੇ ਵਿੱਚ ਆਉਣਾ ਚਾਹੁੰਦੇ ਨੇ। ਉਹ ਗੱਲ ਸਮਝ ਆਉਂਦੀ ਹੈ। ਲੇਕਿਨ ਉਹ ਤਾਂ ਪਹਿਲਾਂ ਹੀ ਕਹਿ ਰਹੇ ਨੇ ਕਿ ਅਸੀਂ ਤਾਂ ਕਿਸੇ ਦਾ ਨਾਮ ਨਹੀਂ ਲਾਵਾਂਗੇ। ਜੇ ਉਹ ਸੰਯੁਕਤ ਕਿਸਾਨ ਮੋਰਚੇ ਦੇ ਨਾਮ ਦੇ ਉੱਤੇ ਚੋਣ ਲੜਦੇ ਨੇ ਤਾਂ ਗੱਲ ਗਲਤ ਹੈ, ਉਹ ਗੱਲ ਮੰਨੀ ਜਾ ਸਕਦੀ। ਲੇਕਿਨ ਜੇਕਰ ਉਹਨੇ ਸਿਆਸੀ ਪਾਰਟੀ ਬਣ ਗਈ ਜੀ ਤੇ ਉਹਦਾ ਵਿਰੋਧ ਕਰਨਾ, ਤਾਂ ਫਿਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬੜਾ ਵੱਡਾ ਭੰਬਲ ਭੂਸਾ ਪੈਣ ਵਾਲਾ ਹੈ। ਪਰ ਇਹਦੇ ਨਾਲ ਇਹ ਵੀ ਸਪਸ਼ਟ ਕਰਦੇ ਹਾਂ ਕਿ ਜਦੋਂ ਵਿਰੋਧ ਹੋਏਗਾ, ਜਦੋਂ ਇਹ ਸਾਰੀਆਂ ਚੀਜ਼ਾਂ ਸਾਹਮਣੇ ਆਉਣਗੀਆਂ, ਉਦੋਂ ਚੀਜ਼ਾਂ ਹੌਲੀ ਹੌਲੀ ਸਾਫ਼ ਹੁੰਦੀਆਂ ਚਲੀਆਂ ਜਾਣਗੀਆਂ, ਤੇ ਉਸ ਵੇਲੇ ਜਿਹੜਾ ਮਾਹੌਲ ਕੀ ਨਿਕਲ ਕੇ ਸਾਹਮਣੇ ਆਉਂਦਾ, ਇਹ ਆਉਣ ਵਾਲਾ ਸਮਾਂ ਪਤਾ ਲੱਗੇਗਾ ਉਸ ਟਾਈਮ। ਜੀ, ਕੁਲਵੰਤ ਜੀ, ਜਿਵੇਂ ਕਿ ਤੁਸੀਂ ਜ਼ਿਕਰ ਕੀਤਾ ਕਿ ਕੇਜਰੀਵਾਲ ਹੋਰਾਂ ਨੇ ਜਦੋਂ ਆਪਣੀ ਪਾਰਟੀ ਐਲਾਨੀ ਸੀ ਤਾਂ ਅੰਨਾ ਹਜ਼ਾਰੇ ਹੋਰਾਂ ਨੇ ਉਹਨਾਂ ਦਾ ਇੱਕ ਸਿੱਧੇ ਤਰੀਕੇ ਦੇ ਨਾਲ ਵਿਰੋਧ ਨਹੀਂ ਕੀਤਾ ਸੀ।
ਤਾਂ ਜਿਹੜਾ ਹੁਣ ਮੌਜੂਦਾ ਪਰਿਸਥਿਤੀ ਹੈ ਇਸ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਜਿਹੜਾ ਗੁਰਨਾਮ ਚੜੂਨੀ ਦਾ ਇਸ ਕਰਕੇ ਵੀ ਵਿਰੋਧ ਕਰ ਸਕਦਾ ਹੈ ਕਿ ਗੁਰਨਾਮ ਸਿੰਘ ਚੜੂਨੀ ਪੰਜਾਬ ਦੇ ਵਿੱਚ ਆਪਣੀ ਪਾਰਟੀ ਬਣਾ ਕੇ ਸਾਡੇ ਤੋਂ ਉੱਪਰ ਨਾ ਚਲੇ ਜਾਣ, ਉਹਨਾਂ ਦੀ ਪੁੱਛ ਜਿਹੜੀ ਹੈ ਪੰਜਾਬ ਦੇ ਵਿੱਚ ਸਾਡੇ ਨਾਲੋਂ ਜ਼ਿਆਦਾ ਨਾ ਹੋਣ ਲੱਗ ਜਾਏ। ਬਿਲਕੁਲ ਇਹ ਗੱਲਾਂ ਦੀਆਂ ਚਰਚਾ ਛਿੜ ਚੁੱਕੀਆਂ ਨੇ ਕਿ ਇਹ ਜਿਹੜਾ ਕਿਤੇ ਨਾ ਕਿਤੇ ਆਪਣੇ ਹੀ ਬੰਦਿਆਂ ਦੀ ਇੱਕ ਦੂਜੇ ਦੇ ਉੱਤੇ ਲੈਗ ਪੁਲਿੰਗ, ਜਿਹਨੂੰ ਕਹਿੰਦਾ ਲੱਤ ਖਿੱਚਣ ਵਾਲਾ ਕੰਮ ਜਿਹੜਾ ਇਹ ਹੋ ਰਿਹਾ ਹੈ। ਹਲੇ ਹਾਲਾਤ ਸਾਫ਼ ਨਹੀਂ ਨੇ, ਕਿਉਂਕਿ ਹਲੇ ਜਿਹੜੀਆਂ ਨੇ ਸ਼ੁਰੂਆਤ ਹੋਈ ਹੈ। ਉਹਨਾਂ ਨੇ ਹਲੇ ਐਲਾਨ ਕੀਤਾ ਤੇ ਇਹਨਾਂ ਨੇ ਵੀ ਐਲਾਨ ਕਰਤਾ ਵੀ ਅਸੀਂ ਵਿਰੋਧ ਕਰਾਂਗੇ, ਅਸੀਂ ਜਿਵੇਂ ਬਾਕੀ ਸਿਆਸੀ ਪਾਰਟੀਆਂ ਦਾ ਲੋਕ ਵਿਰੋਧ ਕਰਦੇ ਆ ਰਹੇ ਹਾਂ ਇਵੇਂ ਹੀ ਇਹਨਾਂ ਦਾ ਵੀ ਵਿਰੋਧ ਕਰਾਂਗੇ। ਹਲੇ ਇਹ ਸਾਫ਼ ਨਹੀਂ ਹੋਇਆ ਵੀ ਅੱਗੇ ਚੱਲ ਕੇ ਕੀ ਹੋਣ ਵਾਲਾ, ਕਿੱਦਾਂ ਹੋਣ ਵਾਲਾ। ਲੇਕਿਨ ਮਤਲਬ ਇਹ ਇਸੇ ਕਰਕੇ ਇਹ ਚਰਚਾ ਛਿੜ ਗਈ ਹੈ ਕਿ ਇਹਨਾਂ ਨੇ ਆਪਣੇ ਹੀ ਬੰਦੇ ਨੂੰ ਅੱਗੇ ਨਹੀਂ ਨਿਕਲ ਦੇਣਾ ਚਾਹੁੰਦੇ। ਵੀ ਕਿਵੇਂ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਉਹ ਰਾਜੇਵਾਲ ਜਿਹੜੇ ਸੀਗੇ, ਬਲਬੀਰ ਸਿੰਘ ਰਾਜੇਵਾਲ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਦਾ ਰੌਲਾ ਪੈ ਗਿਆ ਸੀਗਾ ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਬਣਨ ਜਾ ਰਹੇ ਪੋਸਟਰ ਵੀ ਲੱਗੇ ਸੀ ਉਹਨਾਂ ਦੇ। ਉਸ ਵੇਲੇ ਵੀ ਜਿਹੜਾ ਕਾਫੀ ਰੌਲਾ ਪਿਆ ਸੀਗਾ। ਤੇ ਕਿਸਾਨ ਜਿਹੜੇ ਨੇ ਉਹ ਸਮਝ ਨਹੀਂ ਆ ਰਹੀ ਕਿ ਇਹ ਸਿਆਸੀ ਪਾਰਟੀਆਂ ਦੇ ਉੱਤੇ ਡਿਪੈਂਡ ਰਹਿਣਾ ਚਾਹੁੰਦੇ ਨੇ। ਕਿਉਂ ਨਹੀਂ ਉਹ ਆਪ ਆਪਣੇ ਲੈਵਲ ਦੇ ਉੱਤੇ ਸਾਹਮਣੇ ਨਿਕਲ ਕੇ ਜਿਹੜਾ ਆਪਣੇ ਮਸਲੇ ਆਪ ਹੱਲ ਕਰਨ ਲਈ, ਕਿਉਂਕਿ 70% ਜਨਤਾ ਜਿਹੜੀ ਆ ਉਹ ਪਿੰਡਾਂ 'ਚ ਬੈਠੀ ਹੈ। ਤਾਂ ਪਿੰਡਾਂ ਦੇ ਵਿੱਚੋਂ 70% ਜੇ ਵੋਟ ਨਿਕਲ ਕੇ ਆਉਂਦੀ ਆ ਤਾਂ ਬੜਾ ਵੱਡਾ ਜਿਹੜਾ ਬਦਲਾਅ ਨਿਕਲ ਕੇ ਸਾਹਮਣੇ ਆਉਂਦਾ। ਸਰਕਾਰ ਬਣ ਸਕਦੀ ਹੈ ਇਹਨਾਂ ਦੇ ਕਹਿਣ ਦੇ ਉੱਤੇ, ਇਹਨਾਂ ਦੇ ਮੁਤਾਬਕ ਬਣ ਸਕਦੀ ਹੈ। ਪਰ ਇਹਦੇ ਬਾਵਜੂਦ ਵੀ ਜਿਹੜਾ ਇੱਕ ਆਪ ਫੈਸਲਾ ਨਾ ਲੈਣਾ, ਆਪ ਪਿੱਛੇ ਹਟ ਕੇ ਰਹਿਣਾ, ਤੇ ਜੇਕਰ ਉਹਨਾਂ ਦੇ ਵਿੱਚੋਂ ਕੋਈ ਨਿਕਲ ਕੇ ਸਾਹਮਣੇ ਆ ਰਿਹਾ ਪਾਰਟੀ ਬਣਾ ਕੇ, ਉਹ ਪਬਲਿਕ ਤੱਕ ਪਹੁੰਚ ਕਰ ਰਿਹਾ ਹੈ, ਤਾਂ ਉਹਦਾ ਵੀ ਵਿਰੋਧ ਕਰਨਾ ਇਹ ਬੜਾ ਵੱਡਾ ਭੰਬਲ ਭੂਸਾ। ਲੇਕਿਨ ਭੰਬਲ ਭੂਸਾ ਅੱਗੇ ਚੱਲ ਕੇ ਕਲੀਅਰ ਹੋਏਗਾ ਕਿ ਇਹ ਕਿੱਦਾਂ ਵਿਰੋਧ ਹੋ ਰਿਹਾ, ਦੇ ਪਿੱਛੇ ਦੇ ਕੀ ਕਾਰਨ ਨੇ। ਤੇ ਜਦੋਂ ਵਿਰੋਧ ਹੋਏਗਾ ਤੇ ਇਹਨਾਂ ਵੱਲੋਂ ਜਵਾਬ ਦਿੱਤੇ ਜਾਣਗੇ, ਬਹੁਤ ਕੁਝ ਸਾਫ਼ ਹੋਣ ਵਾਲਾ ਹੈ। ਜੀ, ਇੱਕ ਜਿਹੜੇ ਕਿਸਾਨ ਲੀਡਰ ਨੇ ਪੰਜਾਬ ਦੇ, ਉਹਨਾਂ ਨੇ ਆਮ ਲੋਕਾਂ ਨੂੰ ਇੱਕ ਬੜੇ ਭੱਬਲ ਭੂਸੇ ਦੇ ਵਿੱਚ ਪਾਇਆ ਹੋਇਆ। ਇੱਕ ਪਾਸੇ ਤੋਂ ਕਹਿੰਦੇ ਨੇ ਕਿ ਸਿਆਸੀ ਪਾਰਟੀਆਂ ਦਾ ਵਿਰੋਧ ਕਰੋ, ਦੂਜੇ ਪਾਸੇ ਜੇ ਕੋਈ ਉਹਨਾਂ ਦੇ ਵਿੱਚੋਂ ਹੀ ਨਿਕਲ ਕੇ ਚੋਣ ਲੜਦਾ ਤਾਂ ਉਹਦਾ ਵੀ ਵਿਰੋਧ ਕਰਦੇ ਨੇ। ਤਾਂ ਕਿਤੇ ਨਾ ਕਿਤੇ ਚੀਜ਼ਾਂ ਸਪਸ਼ਟ ਤਾਂ ਕਰਨੀਆਂ ਚਾਹੀਦੀਆਂ ਨੇ ਕਿਸਾਨ ਲੀਡਰ ਨੂੰ ਕਿ ਉਹ ਕਿਸੇ ਜਾਂ ਰਵਾਇਤੀ ਪਾਰਟੀਆਂ ਦੇ ਉੱਪਰ ਹੀ ਜਾਣ, ਜਾਂ ਫਿਰ ਕਿਸੇ ਨਵੀਂ ਪਾਰਟੀ ਨੂੰ ਮੌਕਾ ਦੇਣ। ਬਿਲਕੁਲ ਇਹੀ ਚੀਜ਼ ਅੱਜ ਪੰਜਾਬ ਦੇ ਜਨਤਾ ਦੇ, ਇਹੀ ਸਵਾਲ ਜਿਹੜੇ ਨੇ ਪੰਜਾਬ ਦੀ ਜਨਤਾ ਦੇ ਜ਼ੁਬਾਨ ਦੇ ਉੱਤੇ ਵੀ ਨੇ ਕਿ ਉਹ ਵਿਰੋਧ ਸਿਆਸੀ ਪਾਰਟੀਆਂ ਦਾ, ਉਹਨਾਂ ਸਿਆਸੀ ਪਾਰਟੀਆਂ ਦਾ ਕਰਨਾ ਚਾਹੁੰਦੇ ਨੇ ਜਿਨ੍ਹਾਂ ਤੋਂ ਉਹ ਧੋਖਾ ਖਾ ਚੁੱਕੇ ਨੇ, ਜਾਂ ਫਿਰ ਉਹ ਸਿਆਸਤ ਤੋਂ ਹੀ ਨਫ਼ਰਤ ਕਰ ਰਹੇ ਨੇ। ਦੋ ਚੀਜ਼ਾਂ ਨੇ। ਜਾਂ ਤੀਜੀ ਗੱਲ ਇਹ ਹੈ ਕਿ ਉਹ ਆਪਣਿਆਂ ਨੂੰ ਅੱਗੇ ਨਿਕਲਣ ਦੇਣਾ ਨਹੀਂ ਚਾਹੁੰਦੇ, ਉਹ ਆਪਣੇ ਦੇ ਵਿੱਚੋਂ ਨਿਕਲ ਕੇ ਕਿਸੇ ਨੂੰ ਅੱਗੇ ਨਿਕਲਣ ਨਹੀਂ ਦੇਣਾ ਚਾਹੁੰਦੇ। ਇਹ ਤਿੰਨ ਚੀਜ਼ਾਂ ਨੇ। ਤੇ ਜੇਕਰ ਉਹ ਸਿਆਸਤ ਤੋਂ ਨਫ਼ਰਤ ਕਰਦੇ ਨੇ ਤੇ ਸਿਆਸਤ ਤੋਂ ਬਿਨਾਂ ਦੇਸ਼ ਨਹੀਂ ਚੱਲ ਸਕਦਾ। ਇਹ ਇੱਕ ਅਟੱਲ ਸੱਚਾਈ ਹੈ, ਕਿਉਂਕਿ ਇਹ ਜਿਹੜਾ ਲੋਕਤਾਂਤਰਿਕ ਦੇਸ਼ ਹੈ, ਸਿਆਸਤ ਤੋਂ ਬਿਨਾਂ ਦੇਸ਼ ਨਹੀਂ ਚੱਲ ਸਕਦਾ। ਨੰਬਰ 2 ਦੇ ਉੱਤੇ, ਜੇ ਉਹ ਰਵਾਇਤੀ ਪਾਰਟੀਆਂ ਦਾ ਵਿਰੋਧ ਕਰਦੇ ਨੇ ਤਾਂ ਫਿਰ ਉਹ ਸ਼੍ਰੋਮਣੀ ਅਕਾਲੀ ਦਲ ਜਾਂ ਜਿੰਨੀਆਂ ਵੀ ਪਾਰਟੀਆਂ ਹੁਣ ਤੱਕ ਸੱਤਾ 'ਚ ਰਹਿ ਚੁੱਕੀਆਂ ਨੇ, ਉਹਨਾਂ ਦਾ ਜੀ ਸਦਕੇ ਵਿਰੋਧ ਕਰੀ ਜਾਣ। ਉਹ ਉਸ ਤੋਂ ਵੀ ਜਿਹੜੀ ਆ ਲੋਕਾਂ ਦੀ ਸਮਝ ਆਉਂਦੀ ਹੈ ਵੀ ਹਾਂ, ਇਹਨਾਂ ਕਰਕੇ ਇਹਨਾਂ ਦਾ ਵਿਰੋਧ ਕੀਤਾ ਜਾ ਰਿਹਾ। ਲੇਕਿਨ ਜੇਕਰ ਉਹ ਆਪਣੇ ਹੀ ਕਿਸੇ ਨੂੰ ਅੱਗੇ ਨਹੀਂ ਨਿਕਲਣ ਦੇਣਾ ਚਾਹੁੰਦੇ, ਤਾਂ ਫਿਰ ਮੈਨੂੰ ਇਹ ਲੱਗਦਾ ਕਿ ਜੇਕਰ ਇਸ ਗੱਲ ਦੇ ਵਿੱਚ ਸੱਚਾਈ ਹੈ, ਇਸ ਚਰਚਾ ਦੇ ਵਿੱਚ ਸੱਚਾਈ ਹੈ, ਤਾਂ ਫਿਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦਾ ਵੀ ਜਿਹੜਾ ਇਹ ਕਿਤੇ ਨਾ ਕਿਤੇ ਜਿਹੜਾ ਜਿਹੜੀ ਜਿੰਨਾ ਵੀ ਉਹਨਾਂ ਨੂੰ ਸਮਰਥਨ ਮਿਲ ਰਿਹਾ, ਉਹਦੇ 'ਚ ਕਿਤੇ ਨਾ ਕਿਤੇ ਜਿਹੜਾ ਉਹ ਲੋਕ ਉਹਨਾਂ ਨੂੰ ਵੀ ਸਵਾਲ ਕਰਨਗੇ ਕਿ ਤੁਸੀਂ ਅਜਿਹਾ ਕਿਉਂ ਕਰ ਰਹੇ ਹੋ। ਕੁਲਵੰਤ ਜੀ, ਇੱਕ ਚੀਜ਼ ਹੋਰ ਹੈ ਕਿ ਹੁਣ ਜਿਸ ਤਰੀਕੇ ਦੇ ਨਾਲ ਗੁਰਨਾਮ ਸਿੰਘ ਚੜੂਨੀ ਅਤੇ ਜਿਹੜੇ 32 ਕਿਸਾਨ ਜਥੇਬੰਦੀਆਂ ਨੇ ਆਮੋ ਸਾਹਮਣੇ ਹੋ ਗਏ ਨੇ ਸਿਆਸਤ ਨੂੰ ਲੈ ਕੇ, ਤਾਂ ਇਹਦਾ ਕਿਸਾਨ ਮੋਰਚੇ ਦੇ ਉੱਪਰ ਕਿਹੋ ਜਿਹਾ ਮਾੜਾ ਪ੍ਰਭਾਵ ਪੈ ਸਕਦਾ ਹੈ? ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਆਮੋ ਸਾਹਮਣੇ ਹੋ ਗਏ ਨੇ, ਕੋਈ ਚੰਗਾ ਪ੍ਰਭਾਵ ਤਾਂ ਮੋਰਚੇ ਦੇ ਉੱਪਰ ਪੈਣ ਵਾਲਾ ਹੈ ਨਹੀਂ। ਦੇਖੋ, ਮੋਰਚੇ ਦੇ ਵਿੱਚੋਂ ਜੇਕਰ ਇਹ ਆਪਸ 'ਚ ਲੜ ਪੈਣਗੇ, ਹੁਣ ਪਿਛਲੇ ਸਮੇਂ ਦੇ ਦੌਰਾਨ ਇਹਨਾਂ ਨੇ ਚੜੂਨੀ ਨੂੰ ਪਹਿਲਾਂ ਬਾਹਰ ਕੱਢਿਆ, ਉਸ ਤੋਂ ਬਾਅਦ ਇਹਨਾਂ ਨੇ ਲੱਖੋਵਾਲ ਨੂੰ ਬਾਹਰ ਕੱਢਤਾ, ਉਸ ਤੋਂ ਬਾਅਦ ਇਹਨਾਂ ਨੇ ਜੋਗਿੰਦਰ ਯਾਦਵ ਨੂੰ ਬਾਹਰ ਕੱਢਤਾ। ਜਿਸ ਤਰੀਕੇ ਦੇ ਨਾਲ ਹੌਲੀ-ਹੌਲੀ ਇੱਕ ਦੂਜੇ ਦੇ ਵਿਰੁੱਧ ਹੁੰਦਾ ਜਾ ਰਿਹਾ, ਇਹ ਚਿੰਗਾਰੀਆਂ ਹੌਲੀ-ਹੌਲੀ ਸੁਲਗਦੀਆਂ ਜਾ ਰਹੀਆਂ ਨੇ। ਤੇ ਕਿਤੇ ਨਾ ਕਿਤੇ ਜਿਹੜਾ ਉਹ ਜਦੋਂ ਕਿਸੇ ਨੂੰ ਆਪਾਂ ਕੁਝ ਸਜ਼ਾ ਦਿੰਦੇ ਹਾਂ, ਇਹਨਾਂ ਦੇ ਭਾਸ਼ਾ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਸਜ਼ਾ ਦਿੰਦੇ ਹਾਂ, ਤਾਂ ਫਿਰ ਕਿਤੇ ਨਾ ਕਿਤੇ ਜਿਹੜੀ ਆ ਉਹ ਗੱਲ ਮਨ ਦੇ ਵਿੱਚ ਰਹਿ ਜਾਂਦੀ ਹੈ। ਤੇ ਉਹ ਚੀਜ਼ ਜੇਕਰ ਅੱਗੇ ਜਾ ਕੇ ਕਿਸੇ ਹੋਰ ਦੇ ਮਾਮਲੇ ਦੇ ਵਿੱਚ ਉਹ ਚੀਜ਼ ਨਹੀਂ ਨਜ਼ਰ ਆਉਂਦੀ, ਤਾਂ ਫਿਰ ਉਹ ਉਸ ਚੀਜ਼ ਦਾ ਸਵਾਲ ਅਗਲਾ ਕਰਦਾ ਵੀ ਮੇਰੇ ਨਾਲ ਐ ਕੀਤਾ ਸੀ, ਤੁਸੀਂ ਉਹਦੇ ਨਾਲ ਕਿਉਂ ਨਹੀਂ ਕੀਤਾ। ਤਾਂ ਉਹ ਅਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਅੱਗੇ ਚੱਲ ਕੇ ਫੁੱਟ ਦਾ ਕਾਰਨ ਬਣਦੀਆਂ ਨੇ। ਤੇ ਫੁੱਟ ਜਿਹੜੀ ਆ ਉਹ ਜੇਕਰ ਸੰਯੁਕਤ ਕਿਸਾਨ ਮੋਰਚੇ ਦੇ ਵਿੱਚੋਂ ਨਿਕਲ ਕੇ ਗੁਰਨਾਮ ਸਿੰਘ ਚੜੂਨੀ ਦੇ ਰੂਪ ਦੇ ਵਿੱਚ ਨਿਕਲ ਕੇ ਜੇ ਸਿਆਸਤ ਦੇ ਵਿੱਚ ਆਏ ਨੇ, ਤਾਂ ਜੇਕਰ ਫੁੱਟ ਪੈਂਦੀ ਹੈ ਤਾਂ ਫਿਰ ਇਹਨਾਂ ਦਾ ਮੋਰਚਾ, ਕਿਉਂਕਿ ਗੁਰਨਾਮ ਸਿੰਘ ਚੜੂਨੀ ਦੇ ਜਿਹੜਾ ਹਰਿਆਣਾ ਦੇ ਵਿੱਚ ਕਾਫੀ ਵੱਡਾ ਪ੍ਰਭਾਵ ਹੈਗਾ ਉਹਨਾਂ ਦਾ, ਤੇ
ਫੁੱਟ ਜੇਕਰ ਫੁੱਟ ਪੈਂਦੀ ਹੈਗੀ ਹੈ ਤਾਂ ਹਰਿਆਣੇ ਦੇ ਵਿੱਚੋਂ ਜਿਹੜੀ ਕਿਸਾਨ ਮੋਰਚਾ ਜਿਹੜਾ ਉਹ ਕਮਜ਼ੋਰ ਹੋਏਗਾ। ਤਾਂ ਕਮਜ਼ੋਰ ਹੋਣ ਦੇ ਨਾਤੇ ਜਿਹੜੀਆਂ ਹਰਿਆਣਾ ਸਰਕਾਰ ਜਿਹੜੀ ਪਹਿਲਾਂ ਹੀ ਕਿਸਾਨਾਂ ਦੇ ਭਾਰੀ ਵਿਰੋਧ ਕਰ ਰਹੀ ਹੈ, ਉਹਨਾਂ ਦੇ ਉੱਤੇ ਜੀ, ਪਹਿਲਾਂ ਕਾਫੀ ਜ਼ੁਲਮ ਵੀ ਕਰ ਚੁੱਕੀ ਹੈ, ਕਿੱਦਾਂ ਦੇ ਲਾਠੀ ਚਾਰਜ ਹੋ ਚੁੱਕੇ ਨੇ ਉਹਨਾਂ ਦੇ ਨਾਲ, ਉਹਨਾਂ ਤੇ ਗੋਲੀਆਂ ਵੀ ਚੱਲ ਚੁੱਕੀਆਂ ਨੇ। ਤਾਂ ਫਿਰ ਬਹੁਤ ਦੇਰ ਨਹੀਂ ਲੱਗਣੀ ਇਹਨਾਂ ਨੂੰ ਜਿਹੜੇ ਇਹਨਾਂ ਦੇ ਉੱਤੇ ਹਾਵੀ ਹੋਣ ਨੂੰ। ਸਰਕਾਰਾਂ ਹਰ ਵੇਲੇ ਮੌਕਾ ਭਾਲ ਰਹੀਆਂ ਨੇ, ਕੇਂਦਰ ਤੇ ਹਰਿਆਣਾ ਦੀਆਂ ਸਰਕਾਰਾਂ, ਜੀ, ਤੇ ਬਹੁਤੀ ਦੇਰ ਨਹੀਂ ਲੱਗਣੀ ਹੈਗੀ ਵੀ ਜੇਕਰ ਇਹ ਇਸੇ ਤਰ੍ਹਾਂ ਇਕਜੁੱਟਤਾ ਇਹਨਾਂ ਦੀ ਨਾ ਰਹੀ ਤੇ ਇਹਨਾਂ ਜੀ, ਨੂੰ ਜਿਹੜਾ ਕਿਸਾਨਾਂ ਦੇ ਉੱਤੇ ਹਾਵੀ ਹੋਣ ਦੇ, ਕਿਉਂਕਿ ਅੰਦੋਲਨ ਪਹਿਲਾਂ ਹੀ ਜਿਹੜਾ ਉਹ 1 ਸਾਲ ਦਾ ਹੋ ਚੁੱਕਿਆ। ਤੇ 1 ਸਾਲ ਦਾ ਜੀ, ਅੰਦੋਲਨ ਜਦੋਂ ਹੁੰਦਾ, ਕੋਈ ਵੀ ਲੰਮੇ ਸਮੇਂ ਦੇ ਉੱਤੇ ਜਿਹੜੇ ਅੰਦੋਲਨ ਚੱਲਦੇ ਨੇ ਤੇ ਉਹਦੇ ਵਾਸਤੇ ਕਿਤੇ ਨਾ ਕਿਤੇ ਜਿਹੜੀ ਆ ਉਹ ਜਿਹੜੇ ਅੰਦੋਲਨਕਾਰੀ ਹੁੰਦੇ ਨੇ ਉਹ ਵੀ ਜੀ, ਉਹਨਾਂ ਦੇ ਵਿੱਚ ਵੀ ਥਕੇਵਾਂ ਆ ਜਾਂਦਾ, ਉਹਨਾਂ ਦੇ ਵਿੱਚ ਵੀ ਆਪਣੇ ਆਪਣੇ ਰੁਝੇਵੇਂ ਆ ਜਾਂਦੇ ਨੇ। ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਆ ਜਾਂਦੀਆਂ ਨੇ ਜਿਹੜੀਆਂ ਕਿ ਅੱਗੇ ਚੱਲ ਕੇ ਅੰਦੋਲਨ ਨੂੰ ਕਮਜ਼ੋਰ ਕਰਦੀਆਂ ਨੇ। ਤੇ ਪਰ ਜੇਕਰ ਇਹਨਾਂ ਦੇ ਵਿੱਚੋਂ ਫੁੱਟ ਵੀ ਪੈ ਗਈ ਤਾਂ ਜੀ, ਫਿਰ ਕਿਤੇ ਨਾ ਕਿਤੇ ਜਿਹੜਾ ਉਹਦਾ ਅਸਰ ਆਉਣ ਵਾਲੇ ਸਮੇਂ 'ਚ ਮਾੜਾ ਵੇਖਣ ਨੂੰ ਮਿਲ ਸਕਦਾ। ਜੀ। ਤਾਂ ਬਹੁਤ-ਬਹੁਤ ਧੰਨਵਾਦ ਕੁਲਵੰਤ ਜੀ, ਇਸ ਪੂਰੇ ਪ੍ਰੋਗਰਾਮ ਦੇ ਨਾਲ ਵਿੱਚ ਸਾਡੇ ਨਾਲ ਜੁੜਨ ਦੇ ਲਈ। ਬਹੁਤ ਧੰਨਵਾਦ ਜੀ। ਜੀ, ਤਾਂ ਇਹ ਸਨ ਸੀਨੀਅਰ ਪੱਤਰਕਾਰ ਕੁਲਵੰਤ ਸਿੰਘ ਜੀ, ਜਿਨ੍ਹਾਂ ਨਾਲ ਅਸੀਂ ਇਹਨਾਂ ਤਮਾਮ ਖਬਰਾਂ ਦੇ ਉੱਪਰ ਗੱਲਬਾਤ ਕੀਤੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹਨਾਂ ਦੇ ਵਿਚਾਰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।